ਤੁਹਾਨੂੰ ਤਿੰਨ ਪਰਖਨਲੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਵਿੱਚ ਕਸ਼ੀਦਨ ਪਾਣੀ ਅਤੇ ਦੂਜੀਆਂ ਦੋ ਵਿੱਚੋਂ ਇੱਕ ਵਿੱਚ ਤੇਜ਼ਾਬੀ ਘੋਲ ਅਤੇ ਦੂਸਰੀ ਵਿੱਚ ਖਾਰੀ ਘੋਲ ਹੈ। ਜੇਕਰ ਤੁਹਾਨੂੰ ਕੇਵਲ ਲਾਲ ਲਿਟਮਸ ਪੇਪਰ ਦਿੱਤਾ ਹੋਵੇ ਤਾਂ ਤੁਸੀਂ ਪਰਖਨਲੀਆਂ ਵਿਚਲੇ ਪਦਾਰਥਾਂ ਦੀ ਪਹਿਚਾਣ ਕਿਵੇਂ ਕਰੋਗੇ? ਨੰਬਰ 1, ਤਿੰਨੋਂ ਪਰਖਨਲੀਆਂ ਵਿੱਚ ਲਿਟਮਸ ਪੇਪਰ ਡੁਬੋ ਕੇ ਦੇਖੋ ਤੇ ਜਿਸ ਪਰਖਨਲੀ ਵਿੱਚ ਲਿਟਮਸ ਪੇਪਰ ਦਾ ਰੰਗ ਨੀਲਾ ਹੋ ਜਾਵੇਗਾ ਉਸ ਵਿੱਚ ਖਾਰਾ ਘੋਲ ਹੋਵੇਗਾ। ਨੰਬਰ 2, ਹੁਣ ਉਪਰੋਕਤ ਨੀਲੇ ਲਿਟਮਸ ਪੇਪਰ ਨੂੰ ਬਾਕੀ ਘੋਲਾਂ ਵਿੱਚ ਡੁਬੋ ਕੇ ਦੇਖੋ। ਜਿਸ ਪਰਖਨਲੀ ਵਿੱਚ ਲਿਟਮਸ ਪੇਪਰ ਦਾ ਰੰਗ ਲਾਲ ਹੋ ਜਾਵੇਗਾ ਉਸ ਵਿੱਚ ਤੇਜ਼ਾਬੀ ਘੋਲ ਹੋਵੇਗਾ। ਨੰਬਰ 3, ਹੁਣ ਜਿਸ ਘੋਲ ਵਿੱਚ ਕਿਸੇ ਵੀ ਲਿਟਮਸ ਪੇਪਰ ਦਾ ਰੰਗ ਨਹੀਂ ਬਦਲੇਗਾ ਉਹ ਕਸ਼ੀਦਨ ਪਾਣੀ ਹੋਵੇਗਾ। ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ? ਦਹੀਂ ਅਤੇ ਖੱਟੀਆਂ ਵਸਤਾਂ ਵਿੱਚ ਤੇਜ਼ਾਬ ਹੁੰਦਾ ਹੈ, ਇਸ ਲਈ ਇਹ ਵਸਤਾਂ ਪਿੱਤਲ ਅਤੇ ਤਾਂਬੇ ਨਾਲ ਕ੍ਰਿਆ ਕਰਕੇ ਜ਼ਹਿਰੀਲੇ ਪਦਾਰਥ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਭੋਜਨ ਦਾ ਵਿਸ਼ੈਲਾਪਨ ਹੁੰਦਾ ਹੈ ਅਤੇ ਬਰਤਨ ਵੀ ਨਸ਼ਟ ਹੋ ਜਾਂਦੇ ਹਨ, ਜਿਸ ਲਈ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਵਸਤਾਂ ਨਹੀਂ ਰੱਖਣੀਆਂ ਚਾਹੀਦੀਆਂ ਹਨ। ਪ੍ਰਸ਼ਨ ਨੰਬਰ 2, ਧਾਤ ਨਾਲ ਤੇਜ਼ਾਬ ਦੀ ਪ੍ਰਤੀਕ੍ਰਿਆ ਹੋਣ ਦੇ ਨਤੀਜੇ ਵਜੋਂ ਕਿਹੜੀ ਗੈਸ ਉਤਪੰਨ ਹੁੰਦੀ ਹੈ? ਇੱਕ ਉਦਾਹਰਣ ਦੇ ਕੇ ਸਮਝਾਓ। ਇਸ ਗੈਸ ਦੀ ਹੋਂਦ ਦੀ ਜਾਂਚ ਤੁਸੀਂ ਕਿਵੇਂ ਕਰੋਗੇ? ਤੇਜ਼ਾਬ ਧਾਤਾਂ ਨਾਲ ਕ੍ਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ। ਉਦਾਹਰਣ ਲਈ ਜਿਸਤ ਦੇ ਟੁਕੜੇ ਪਤਲੇ ਸਲਫਿਊਰਿਕ ਤੇਜ਼ਾਬ ਨਾਲ ਕ੍ਰਿਆ ਕਰਕੇ ਜਿਸਤ ਸਲਫੇਟ ਤੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ। Zn solid plus H2SO4 aqueous gives ZnSO4 in the aqueous state plus hydrogen in the gaseous state। ਜਿਸਤ ਪਲਸ ਸਲਫਿਊਰਿਕ ਅਮਲ ਦਿੰਦੇ ਹਨ ਜਿਸਤ ਸਲਫੇਟ ਅਤੇ ਹਾਈਡਰੋਜਨ ਗੈਸ। ਉਪਰੋਕਤ ਕ੍ਰਿਆ ਵਿੱਚ ਪੈਦਾ ਹੋਈ ਹਾਈਡਰੋਜਨ ਗੈਸ ਦੀ ਪਰਖ ਕਰਨ ਲਈ ਇੱਕ ਜਲਦੀ ਹੋਈ ਮੋਮਬੱਤੀ ਗੈਸ ਦੇ ਬੁਲਬੁਲਿਆਂ ਕੋਲ ਲਿਆਓ। ਗੈਸ ਫਟ-ਫਟ ਜਾਂ ਪੋਪ ਦੀ ਧੁਨੀ ਨਾਲ ਜਲੇਗੀ। ਇਸ ਤੋਂ ਸਿੱਧ ਹੁੰਦਾ ਹੈ ਕਿ ਪੈਦਾ ਹੋਈ ਗੈਸ ਹਾਈਡਰੋਜਨ ਹੈ। ਇੱਕ ਧਾਤ ਆਕਸਾਈਡ A ਪਤਲੇ ਹਾਈਡਰੋਕਲੋਰਿਕ ਤੇਜ਼ਾਬ ਨਾਲ ਪ੍ਰਤੀਕ੍ਰਿਆ ਕਰਦਾ ਹੈ ਤਾਂ ਬੁਦਬੁਦਾਹਟ ਉਤਪੰਨ ਹੁੰਦੀ ਹੈ। ਪੈਦਾ ਹੋਈ ਗੈਸ ਬਲਦੀ ਹੋਈ ਮੋਮਬੱਤੀ ਨੂੰ ਬੁਝਾ ਦਿੰਦੀ ਹੈ। ਇਸ ਨਾਲ ਉਤਪੰਨ ਹੋਏ ਯੌਗਿਕਾਂ ਵਿੱਚ ਇੱਕ ਕੈਲਸ਼ੀਅਮ ਕਲੋਰਾਈਡ ਹੈ ਤਾਂ ਇਸ ਪ੍ਰਤੀਕ੍ਰਿਆ ਲਈ ਸੰਤੁਲਿਤ ਰਾਸਾਇਣਿਕ ਸਮੀਕਰਨ ਲਿਖੋ। ਸਾਨੂੰ ਪਤਾ ਹੈ ਕਿ ਕਾਰਬਨ ਡਾਈਆਕਸਾਈਡ ਗੈਸ ਬੁਦਬੁਦਾਹਟ ਨਾਲ ਪੈਦਾ ਹੁੰਦੀ ਹੈ ਅਤੇ ਅੱਗ ਨੂੰ ਵੀ ਬੁਝਾ ਦਿੰਦੀ ਹੈ। ਇਸ ਲਈ ਪੈਦਾ ਹੋਈ ਗੈਸ ਕਾਰਬਨ ਡਾਈਆਕਸਾਈਡ ਹੈ। ਹੁਣ ਧਾਤ ਕਾਰਬੋਨੇਟ ਹੀ ਤੇਜ਼ਾਬ ਨਾਲ ਕ੍ਰਿਆ ਕਰਕੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹਨ। ਇਸ ਲਈ ਯੌਗਿਕ A ਕੈਲਸ਼ੀਅਮ ਕਾਰਬੋਨੇਟ ਹੈ। ਕ੍ਰਿਆ ਇਸ ਪ੍ਰਕਾਰ ਹੋਵੇਗੀ। CaCO3 in the solid state calcium carbonate plus HCl hydrochloric amal in the aqueous state gives CaCl2 in the aqueous state calcium chloride
plus H2O पानी in the liquid state plus CO2 in the gaseous state carbon dioxide gas. HCl, HNO3 ਆਦਿ ਜਲੀ ਘੋਲ ਵਿੱਚ ਤੇਜ਼ਾਬੀ ਗੁਣ ਕਿਉਂ ਦਰਸਾਉਂਦੇ ਹਨ ਜਦੋਂ ਕਿ ਐਲਕੋਹਲ ਅਤੇ ਗਲੂਕੋਜ਼ ਜਿਹੇ ਯੌਗਿਕਾਂ ਦੇ ਜਲੀ ਘੋਲ ਤੇਜ਼ਾਬੀ ਗੁਣ ਨਹੀਂ ਦਰਸਾਉਂਦੇ ਹਨ। HCl ਅਤੇ HNO3 ਆਪਣੇ ਜਲੀ ਘੋਲਾਂ ਵਿੱਚ ਪੂਰੀ ਤਰ੍ਹਾਂ ਅਪਘਟਿਤ ਹੋ ਕੇ ਆਇਨ ਬਣਾਉਂਦੇ ਹਨ। ਇਹ ਦੋਵੇਂ ਜਲੀ ਘੋਲ ਵਿੱਚ ਹਾਈਡਰੋਜਨ ਆਇਨ H ਪੋਜ਼ਿਟਿਵ ਪੈਦਾ ਕਰਦੇ ਹਨ, ਇਸ ਲਈ ਜਲੀ ਘੋਲ ਤੇਜ਼ਾਬੀ ਹੁੰਦਾ ਹੈ। ਦੂਜੇ ਪਾਸੇ ਅਲਕੋਹਲ ਅਤੇ ਗਲੂਕੋਜ਼ ਆਪਣੇ ਜਲੀ ਘੋਲਾਂ ਵਿੱਚ ਅਪਘਟਿਤ ਹੋ ਕੇ ਹਾਈਡਰੋਜਨ ਆਇਨ ਨਹੀਂ ਪੈਦਾ ਕਰਦੇ, ਇਸ ਲਈ ਇਹਨਾਂ ਦੇ ਜਲੀ ਘੋਲ ਤੇਜ਼ਾਬੀ ਨਹੀਂ ਹੁੰਦੇ। ਤੇਜ਼ਾਬ ਦਾ ਜਲੀ ਘੋਲ ਕਿਉਂ ਬਿਜਲੀ ਦੀ ਤਾਰਾਂ ਦਾ ਚਾਲਨ ਕਰਦਾ ਹੈ? ਤੇਜ਼ਾਬ ਜਲੀ ਘੋਲ ਵਿੱਚ ਚਾਰਜਿਤ ਆਇਨ ਪੈਦਾ ਕਰਦੇ ਹਨ। ਘੋਲ ਵਿੱਚ ਆਇਨਾਂ ਦੀ ਗਤੀ ਦੇ ਕਾਰਨ ਹੀ ਤੇਜ਼ਾਬਾਂ ਦਾ ਜਲੀ ਘੋਲ ਬਿਜਲੀ ਤਾਰਾਂ ਦਾ ਚਾਲਕ ਬਣ ਜਾਂਦਾ ਹੈ। ਖੁਸ਼ਕ HCl ਗੈਸ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਕਿਉਂ ਨਹੀਂ ਬਦਲਦੀ? ਅਜਿਹਾ ਖੁਸ਼ਕ HCl ਦੇ ਆਇਨਾਂ ਵਿੱਚ ਨਾ ਟੁੱਟਣ ਕਾਰਨ ਹੁੰਦਾ ਹੈ। ਪਾਣੀ ਦੀ ਗੈਰ ਮੌਜੂਦਗੀ ਵਿੱਚ HCl ਆਇਨਾਂ ਵਿੱਚ ਨਹੀਂ ਟੁੱਟਦਾ ਅਤੇ ਹਾਈਡਰੋਜਨ ਆਇਨ ਵੀ ਨਹੀਂ ਪੈਦਾ ਹੁੰਦੇ, ਇਸ ਲਈ ਖੁਸ਼ਕ HCl ਗੈਸ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਨਹੀਂ ਬਦਲਦੀ। ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਇਹ ਕਿਉਂ ਸਲਾਹ ਦਿੱਤੀ ਜਾਂਦੀ ਹੈ ਕਿ ਤੇਜ਼ਾਬ ਨੂੰ ਪਾਣੀ ਵਿੱਚ ਪਾਉਣਾ ਚਾਹੀਦਾ ਹੈ, ਨਾ ਕਿ ਪਾਣੀ ਨੂੰ ਤੇਜ਼ਾਬ ਵਿੱਚ? ਤੇਜ਼ਾਬ ਦੀ ਪਾਣੀ ਨਾਲ ਕ੍ਰਿਆ ਬਹੁਤ ਜ਼ਿਆਦਾ ਤਾਪ ਨਿਕਾਸੀ ਹੁੰਦੀ ਹੈ। ਜੇਕਰ ਅਸੀਂ ਸੰਘਣੇ ਤੇਜ਼ਾਬ ਵਿੱਚ ਪਾਣੀ ਮਿਲਾਵਾਂਗੇ ਤਾਂ ਬਰਤਨ ਦਾ ਤਾਪਮਾਨ ਅਚਾਨਕ ਵੱਧ ਜਾਵੇਗਾ, ਜਿਸ ਕਾਰਨ ਘੋਲ ਉਬਲ ਕੇ ਬਰਤਨ ਤੋਂ ਬਾਹਰ ਵੀ ਆ ਸਕਦਾ ਹੈ ਅਤੇ ਹਾਦਸਾ ਹੋ ਸਕਦਾ ਹੈ। ਇਸ ਲਈ ਤੇਜ਼ਾਬ ਨੂੰ ਹਲਕਾ ਕਰਦੇ ਸਮੇਂ ਹਮੇਸ਼ਾ ਤੇਜ਼ਾਬ ਨੂੰ ਹੀ ਹੌਲੀ-ਹੌਲੀ ਪਾਣੀ ਵਿੱਚ ਮਿਲਾਇਆ ਜਾਂਦਾ ਹੈ। ਤੇਜ਼ਾਬ ਨੂੰ ਪਤਲਾ ਕਰਦੇ ਸਮੇਂ ਹਾਈਡਰੋਨੀਅਮ ਆਇਨਾਂ H3O ਪੋਜ਼ਿਟਿਵ ਦੀ ਸੰਘਣਤਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ? ਤੇਜ਼ਾਬ ਨੂੰ ਪਤਲਾ ਕਰਨ ਨਾਲ ਹਾਈਡਰੋਨੀਅਮ ਆਇਨਾਂ ਦੀ ਸੰਘਣਤਾ ਪ੍ਰਤੀ ਇਕਾਈ ਆਇਤਨ ਘਟੇਗੀ। ਸੋਡੀਅਮ ਹਾਈਡਰੋਕਸਾਈਡ ਘੋਲ ਵਿੱਚ ਹਾਈਡਰੋਕਸਾਈਡ ਆਇਨਾਂ OH ਨੈਗੇਟਿਵ ਦੀ ਸੰਘਣਤਾ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਦੋਂ ਘੋਲ ਵਿੱਚ ਵਧੇਰੇ ਖਾਰ ਘੋਲਿਆ ਜਾਂਦਾ ਹੈ? ਇਸ ਤਰ੍ਹਾਂ ਕਰਨ ਨਾਲ ਹਾਈਡਰੋਕਸਾਈਡ ਆਇਨਾਂ ਦੀ ਸੰਘਣਤਾ ਪ੍ਰਤੀ ਇਕਾਈ ਆਇਤਨ ਵਧੇਗੀ। ਤੁਹਾਡੇ ਕੋਲ ਦੋ ਘੋਲ A ਅਤੇ B ਹਨ। ਘੋਲ A ਦੀ pH ਦਾ ਮਾਨ 6 ਹੈ ਅਤੇ B ਦੀ pH ਦਾ ਮਾਨ 8 ਹੈ। ਇਹਨਾਂ ਵਿੱਚੋਂ ਕਿਹੜੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਸੰਘਣਤਾ ਵੱਧ ਹੈ? ਇਹਨਾਂ ਵਿੱਚੋਂ ਕਿਹੜਾ ਘੋਲ ਤੇਜ਼ਾਬੀ ਅਤੇ ਕਿਹੜਾ ਘੋਲ ਖਾਰੀ ਹੈ? ਨੰਬਰ 1, ਘੋਲ A ਦਾ pH ਮਾਨ ਘੱਟ ਹੈ, ਭਾਵ ਇਸ ਵਿੱਚ ਵੱਧ ਹਾਈਡਰੋਜਨ ਆਇਨ ਹਨ। ਨੰਬਰ 2, ਘੋਲ A ਦਾ pH ਮਾਨ 7 ਤੋਂ ਘੱਟ ਹੋਣ ਕਾਰਨ ਇਹ ਤੇਜ਼ਾਬੀ ਘੋਲ ਹੈ।
ਨੰਬਰ 3, ਘੋਲ B ਦਾ pH ਮਾਨ 7 ਤੋਂ ਵੱਧ ਹੈ, ਇਸ ਲਈ ਇਹ ਇੱਕ ਖਾਰਾ ਘੋਲ ਹੈ। ਘੋਲ B ਦਾ pH ਮਾਨ 7 ਤੋਂ ਵੱਧ ਹੈ, ਇਸ ਲਈ ਇਹ ਇੱਕ ਖਾਰਾ ਘੋਲ ਹੈ। ਹਾਈਡਰੋਜਨ ਆਇਨਾਂ H ਪੋਜ਼ਿਟਿਵ ਇਨ ਦਾ ਐਕੁਅਸ ਸਟੇਟ ਦੀ ਸੰਘਣਤਾ ਦਾ ਘੋਲ ਦੀ ਪ੍ਰਕਿਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ? ਹਾਈਡਰੋਜਨ ਆਇਨ ਦੀ ਸੰਘਣਤਾ ਘੋਲ ਦੀ ਤੇਜ਼ਾਬੀ ਸ਼ਕਤੀ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ। ਭਾਵ ਘੋਲ ਵਿੱਚ ਹਾਈਡਰੋਜਨ ਆਇਨ ਦੀ ਸੰਘਣਤਾ ਵੱਧ ਹੋਣ ਨਾਲ ਉਸ ਦਾ ਤੇਜ਼ਾਬੀਪਨ ਵੀ ਵਧੇਗਾ। ਕੀ ਖਾਰੀ ਘੋਲਾਂ ਵਿੱਚ H ਪੋਜ਼ਿਟਿਵ ਇਨ ਦਾ ਐਕੁਅਸ ਸਟੇਟ ਆਇਨ ਵੀ ਹੁੰਦੇ ਹਨ? ਜੇਕਰ ਹਾਂ ਤਾਂ ਉਹ ਖਾਰੀ ਕਿਉਂ ਹੁੰਦੇ ਹਨ? ਜੀ ਹਾਂ, ਖਾਰੀ ਘੋਲਾਂ ਵਿੱਚ ਵੀ ਹਾਈਡਰੋਜਨ ਆਇਨ ਹੁੰਦੇ ਹਨ, ਪਰੰਤੂ ਫਿਰ ਵੀ ਉਹ ਖਾਰੀ ਹੁੰਦੇ ਹਨ। ਘੋਲ ਵਿੱਚ ਹਾਈਡਰੋਜਨ ਆਇਨ ਦੇ ਤੁਲਨਾ ਵਿੱਚ ਵੱਧ ਹਾਈਡਰੋਕਸਿਲ OH ਨੈਗੇਟਿਵ ਆਇਨ ਹੁੰਦੇ ਹਨ, ਜੋ ਘੋਲ ਨੂੰ ਖਾਰਾ ਬਣਾ ਦਿੰਦੇ ਹਨ। ਤੁਹਾਡੇ ਵਿਚਾਰ ਅਨੁਸਾਰ ਕੋਈ ਕਿਸਾਨ ਆਪਣੇ ਖੇਤ ਦੀ ਮਿੱਟੀ ਦੀ ਕਿਸ ਪਰਿਸਥਿਤੀ ਵਿੱਚ ਅਣਬੁਝੇ ਚੂਨੇ ਕੈਲਸ਼ੀਅਮ ਆਕਸਾਈਡ ਜਾਂ ਬੁਝੇ ਹੋਏ ਚੂਨੇ ਕੈਲਸ਼ੀਅਮ ਆਕਸਾਈਡ ਜਾਂ ਚੌਕ ਕੈਲਸ਼ੀਅਮ ਕਾਰਬੋਨੇਟ ਦੀ ਆਪਣੇ ਖੇਤ ਵਿੱਚ ਵਰਤੋਂ ਕਰੇਗਾ? ਖੇਤ ਦੀ ਮਿੱਟੀ ਬਹੁਤ ਤੇਜ਼ਾਬੀ ਹੋਵੇਗੀ। ਅਜਿਹਾ ਇਸ ਲਈ ਕਿਉਂਕਿ ਅਣਬੁਝਿਆ ਚੂਨਾ, ਬੁਝਿਆ ਹੋਇਆ ਚੂਨਾ ਅਤੇ ਚਾਕ ਸੁਭਾਅ ਵਿੱਚ ਖਾਰ ਹੁੰਦੇ ਹਨ। ਇਹਨਾਂ ਦਾ ਉਪਯੋਗ ਮਿੱਟੀ ਦਾ ਤੇਜ਼ਾਬੀਪਨ ਖਤਮ ਕਰਨ ਲਈ ਕੀਤਾ ਜਾਂਦਾ ਹੈ। CaOCl2 ਯੌਗਿਕ ਦਾ ਸਾਧਾਰਨ ਨਾਂ ਕੀ ਹੈ? CaOCl2 ਯੌਗਿਕ ਦਾ ਸਾਧਾਰਨ ਨਾਂ ਰੰਗ ਕਾਠ ਹੈ। ਇਸ ਦਾ ਰਸਾਇਣਿਕ ਨਾਂ ਕੈਲਸ਼ੀਅਮ ਆਕਸੀਕਲੋਰਾਈਡ ਹੈ। ਕੈਲਸ਼ੀਅਮ ਆਕਸੀਕਲੋਰਾਈਡ। ਉਸ ਵਸਤੂ ਦਾ ਨਾਂ ਦੱਸੋ ਜੋ ਕਲੋਰੀਨ ਨਾਲ ਕ੍ਰਿਆ ਕਰਕੇ ਰੰਗ ਕਾਠ ਪਾਊਡਰ ਪੈਦਾ ਕਰਦੀ ਹੈ। ਖੁਸ਼ਕ ਬੁਝਿਆ ਹੋਇਆ ਚੂਨਾ ਜਾਂ ਕੈਲਸ਼ੀਅਮ ਹਾਈਡਰੋਕਸਾਈਡ। ਕੈਲਸ਼ੀਅਮ ਹਾਈਡਰੋਕਸਾਈਡ CaOH2। ਕੈਲਸ਼ੀਅਮ ਹਾਈਡਰੋਕਸਾਈਡ CaOH2। ਸੋਡੀਅਮ ਦੇ ਉਸ ਦੇ ਯੌਗਿਕ ਦਾ ਨਾਂ ਦੱਸੋ ਜੋ ਕਠੋਰ ਪਾਣੀ ਨੂੰ ਹਲਕਾ ਕਰਨ ਲਈ ਵਰਤਿਆ ਜਾਂਦਾ ਹੈ। ਧੋਣ ਵਾਲਾ ਸੋਡਾ ਜਾਂ ਜਲੀ ਸੋਡੀਅਮ ਕਾਰਬੋਨੇਟ Na2CO3.10H2O। Na2CO3.10H2O। ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਘੋਲ ਨੂੰ ਗਰਮ ਕਰਨ ਨਾਲ ਕੀ ਹੁੰਦਾ ਹੈ? ਸੰਬੰਧਿਤ ਕ੍ਰਿਆ ਦੀ ਸਮੀਕਰਨ ਲਿਖੋ। ਸੋਡੀਅਮ ਹਾਈਡਰੋਜਨ ਕਾਰਬੋਨੇਟ ਗਰਮ ਕਰਨ ਤੇ ਸੋਡੀਅਮ ਕਾਰਬੋਨੇਟ ਕਾਰਬਨ ਡਾਈਆਕਸਾਈਡ ਅਤੇ ਪਾਣੀ ਵਿੱਚ ਟੁੱਟ ਜਾਂਦਾ ਹੈ। ਕ੍ਰਿਆ ਇਸ ਪ੍ਰਕਾਰ ਹੈ। NaHCO3 ਸੋਡੀਅਮ ਹਾਈਡਰੋਜਨ ਕਾਰਬੋਨੇਟ ਗਰਮ ਕਰਨ ਤੇ Na2CO3 ਸੋਡੀਅਮ ਕਾਰਬੋਨੇਟ plus carbon dioxide CO2 plus H2O ਪਾਣੀ। NaHCO3 gives Na2CO3 plus CO2 plus H2O। ਪਲਾਸਟਰ ਆਫ ਪੈਰਿਸ ਅਤੇ ਪਾਣੀ ਵਿਚਕਾਰ ਵਾਪਰਦੀ ਪ੍ਰਤੀਕ੍ਰਿਆ ਦੀ ਸਮੀਕਰਨ ਲਿਖੋ। ਪਲਾਸਟਰ ਆਫ ਪੈਰਿਸ ਪਾਣੀ ਨਾਲ ਪ੍ਰਤੀਕ੍ਰਿਆ ਕਰਕੇ ਸਖਤ ਪਦਾਰਥ ਦੇ ਰੂਪ ਵਿੱਚ ਜਿਪਸਮ ਬਣਾਉਂਦਾ ਹੈ। ਇਹ ਕ੍ਰਿਆ 5 ਤੋਂ 10 ਮਿੰਟ ਦਾ ਸਮਾਂ
ਲੈਂਦੀ ਹੈ। क्रिया इस तरह है 2CaSO4 half H2O plus H2O gives CaSO4 2H2O. Plaster of Paris plus पानी gives gypsum. ਇੱਕ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਇਸ ਦਾ ਸੰਭਵ ਤੌਰ ਤੇ pH ਹੈ। ਆਪਸ਼ਨ A 1, ਆਪਸ਼ਨ B 4, ਆਪਸ਼ਨ C 5, ਆਪਸ਼ਨ D 10। ਆਪਸ਼ਨ D 10 ਘੋਲ ਖਾਰਾ ਹੈ, ਇਸ ਲਈ pH ਮਾਨ 7 ਤੋਂ ਵੱਧ ਹੋਵੇਗਾ। ਇੱਕ ਘੋਲ ਅੰਡੇ ਦੇ ਛਿਲਕੇ ਦੇ ਬਾਰੀਕ ਟੁਕੜਿਆਂ ਨਾਲ ਕ੍ਰਿਆ ਕਰਕੇ ਇੱਕ ਗੈਸ ਪੈਦਾ ਕਰਦੀ ਹੈ ਜੋ ਚੂਨੇ ਪਾਣੀ ਨੂੰ ਦੁਧੀਆ ਕਰ ਦਿੰਦੀ ਹੈ। ਘੋਲ ਵਿੱਚ ਮੌਜੂਦ ਹੈ। ਆਪਸ਼ਨ A NaCl, ਆਪਸ਼ਨ B HCl, ਆਪਸ਼ਨ C LiCl, ਆਪਸ਼ਨ D KCl। राइट आंसर इज ऑप्शन बी HCl। तेजाब कैल्शियम कार्बोनेट नाल क्रिया करके कार्बन डाइऑक्साइड बना रहा है। सोडियम हाइड्रोक्साइड NaOH ਦਾ 10 ml ਘੋਲ HCl ਦੇ 8 ml ਘੋਲ ਨਾਲ ਪੂਰਨ ਤੌਰ ਤੇ ਉਦਾਸੀਨ ਹੋ ਜਾਂਦਾ ਹੈ। ਜੇਕਰ ਅਸੀਂ NaOH ਦੇ ਉਸੇ ਘੋਲ ਦੇ 20 ml ਲਈਏ ਤਾਂ ਉਸ ਨੂੰ ਉਦਾਸੀਨ ਕਰਨ ਲਈ HCl ਦੇ ਉਸੇ ਘੋਲ ਦੀ ਕਿੰਨੀ ਮਾਤਰਾ ਦੀ ਜ਼ਰੂਰਤ ਹੋਵੇਗੀ? ਆਪਸ਼ਨ A 4 ml, ਆਪਸ਼ਨ B 8 ml, ਆਪਸ਼ਨ C 12 ml, option D 16 ml। राइट आंसर इज ऑप्शन D 16 ml। दोनों घोलों की मात्रा दुगनी होवेगी। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦਹਜ਼ਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ? ਆਪਸ਼ਨ A ਐਂਟੀਬਾਇਓਟਿਕ, ਆਪਸ਼ਨ B एनाल्जेसिक, ऑप्शन C एंटासिड, ऑप्शन D एंटीसेप्टिक। ऑप्शन C इज द राइट आंसर एंटासिड, क्योंकि यह महदे दे वधे होए तेजाबीपन नूं घटाएगी। ਹੇਠ ਲਿਖੀਆਂ ਕ੍ਰਿਆਵਾਂ ਲਈ ਪਹਿਲਾਂ ਸ਼ਬਦ ਸਮੀਕਰਨਾਂ ਅਤੇ ਫਿਰ ਸੰਤੁਲਿਤ ਸਮੀਕਰਨਾਂ ਲਿਖੋ। ਪਤਲਾ ਸਲਫਿਊਰਿਕ ਤੇਜ਼ਾਬ ਦਾਣੇਦਾਰ ਜ਼ਿੰਕ ਜਾਂ ਜਿਸਤ ਨਾਲ ਕ੍ਰਿਆ ਕਰਦਾ ਹੈ। ਸ਼ਬਦ ਸਮੀਕਰਨ ਜਿਸਤ ਪਲਸ ਸਲਫਿਊਰਿਕ ਤੇਜ਼ਾਬ ਗਿਵਸ ਜਿਸਤ ਸਲਫੇਟ ਪਲਸ ਹਾਈਡਰੋਜਨ ਗੈਸ। संतुलित समीकरण Zn plus H2SO4 gives ZnSO4 plus H2। पतला हाइड्रोक्लोरिक तेजाब मैग्नीशियम रिबन नाल क्रिया करता है। शब्द समीकरण मैग्नीशियम प्लस हाइड्रोक्लोरिक तेजाब gives मैग्नीशियम क्लोराइड प्लस हाइड्रोजन गैस। संतुलित समीकरण Mg magnesium plus 2HCl gives MgCl2 plus H2। C पार्ट पतला सल्फ्यूरिक तेजाब एल्यूमीनियम पाउडर नाल क्रिया करता है। शब्द समीकरण एल्यूमीनियम प्लस सल्फ्यूरिक तेजाब गिव्स एल्यूमीनियम सल्फेट प्लस हाइड्रोजन गैस। संतुलित समीकरण 2Al प्लस
3H2SO4 gives Al2SO4 thrice plus 3H2. ਡੀ ਪਾਰਟ ਪਤਲਾ ਹਾਈਡਰੋਕਲੋਰਿਕ ਤੇਜ਼ਾਬ ਆਇਰਨ ਦੀਆਂ ਕਤਰਾਂ ਨਾਲ ਕ੍ਰਿਆ ਕਰਦਾ ਹੈ। ਸ਼ਬਦ ਸਮੀਕਰਨ ਆਇਰਨ ਪਲਸ ਹਾਈਡਰੋਕਲੋਰਿਕ ਤੇਜ਼ਾਬ ਗਿਵਸ ਆਇਰਨ ਕਲੋਰਾਈਡ ਪਲਸ ਹਾਈਡਰੋਜਨ ਗੈਸ। ਸੰਤੁਲਿਤ ਸਮੀਕਰਨ Fe plus 2HCl gives FeCl2 plus H2। ਅਲਕੋਹਲ ਅਤੇ ਗਲੂਕੋਜ਼ ਜਿਹੇ ਯੌਗਿਕਾਂ ਵਿੱਚ ਵੀ ਹਾਈਡਰੋਜਨ ਹੁੰਦੀ ਹੈ, ਪਰ ਉਨ੍ਹਾਂ ਨੂੰ ਤੇਜ਼ਾਬ ਵਜੋਂ ਵਰਗੀਕ੍ਰਿਤ ਨਹੀਂ ਕੀਤਾ ਜਾਂਦਾ। ਇਸ ਨੂੰ ਸਿੱਧ ਕਰਨ ਲਈ ਇੱਕ ਕ੍ਰਿਆ ਦਾ ਵਰਣਨ ਕਰੋ। ਅਲਕੋਹਲ ਅਤੇ ਗਲੂਕੋਜ਼ ਆਪਣੇ ਜਲੀ ਘੋਲਾਂ ਵਿੱਚ ਅਪਘਟਿਤ ਹੋ ਕੇ ਹਾਈਡਰੋਜਨ ਆਇਨ ਨਹੀਂ ਪੈਦਾ ਕਰਦੇ, ਇਸ ਲਈ ਇਹਨਾਂ ਦੇ ਜਲੀ ਘੋਲ ਤੇਜ਼ਾਬੀ ਨਹੀਂ ਹੁੰਦੇ। ਆਇਨਾਂ ਦੀ ਗੈਰ ਮੌਜੂਦਗੀ ਕਾਰਨ ਇਹਨਾਂ ਦੇ ਘੋਲ ਬਿਜਲੀ ਦੇ ਕੁਚਾਲਕ ਹੁੰਦੇ ਹਨ। ਇਸ ਨੂੰ ਸਿੱਧ ਕਰਨ ਲਈ ਪ੍ਰਯੋਗ ਇਸ ਪ੍ਰਕਾਰ ਹੈ। ਵਿਧੀ ਨੰਬਰ 1, ਵੱਖ-ਵੱਖ ਬੀਕਰਾਂ ਵਿੱਚ ਅਲਕੋਹਲ ਅਤੇ ਗਲੂਕੋਜ਼ ਦਾ ਘੋਲ ਲਓ। ਵੱਖ-ਵੱਖ ਬੀਕਰਾਂ ਵਿੱਚ ਅਲਕੋਹਲ ਅਤੇ ਗਲੂਕੋਜ਼ ਦਾ ਘੋਲ ਲਓ। ਨੰਬਰ 2, ਇੱਕ ਕਾਰਕ ਵਿੱਚ 2 ਧਾਤ ਦੇ ਕਿੱਲ ਲਗਾ ਕੇ ਕਿੱਲਾਂ ਦੇ ਸਿਰਿਆਂ ਨੂੰ ਬੈਟਰੀ, ਸਵਿਚ ਅਤੇ ਇੱਕ ਬਲਬ ਨਾਲ ਜੋੜੋ। ਨੰਬਰ 3, ਹੁਣ ਕਾਰਕ ਅਤੇ ਕਿੱਲਾਂ ਨੂੰ ਅਲਕੋਹਲ ਅਤੇ ਗਲੂਕੋਜ਼ ਦੇ ਘੋਲਾਂ ਵਿੱਚ ਡੁਬੋ ਕੇ ਸਵਿਚ ਔਨ ਕਰੋ ਤੇ ਬਲਬ ਦੀ ਸਥਿਤੀ ਨੋਟ ਕਰੋ। ਅਵਲੋਕਨ ਦੋਵਾਂ ਘੋਲਾਂ ਰਾਹੀਂ ਬਲਬ ਨਹੀਂ ਜਗ ਰਿਹਾ ਹੈ। ਦੋਵਾਂ ਘੋਲਾਂ ਰਾਹੀਂ ਬਲਬ ਨਹੀਂ ਜਗ ਰਿਹਾ ਹੈ। ਸਿੱਟਾ ਇਹ ਸਿੱਧ ਹੁੰਦਾ ਹੈ ਕਿ ਅਲਕੋਹਲ ਅਤੇ ਗਲੂਕੋਜ਼ ਦੇ ਘੋਲ ਬਿਜਲੀ ਤਾਰਾਂ ਦੇ ਕੁਚਾਲਕ ਹਨ, ਕਿਉਂਕਿ ਇਹਨਾਂ ਵਿੱਚ ਆਇਨ ਨਹੀਂ ਹਨ। ਕਸ਼ੀਦਤ ਪਾਣੀ ਕਿਉਂ ਬਿਜਲੀ ਚਾਲਕ ਨਹੀਂ ਜਦੋਂ ਕਿ ਮੀਂਹ ਦਾ ਪਾਣੀ ਹੁੰਦਾ ਹੈ? ਮੀਂਹ ਦੇ ਪਾਣੀ ਵਿੱਚ ਕਈ ਗੈਸਾਂ ਕ੍ਰਿਆ ਕਰਕੇ ਤੇਜ਼ਾਬ ਬਣਾ ਲੈਂਦੀਆਂ ਹਨ। ਇਸ ਤੇਜ਼ਾਬ ਦੁਆਰਾ ਆਇਨ ਬਣਾਉਣ ਨਾਲ ਮੀਂਹ ਦਾ ਪਾਣੀ ਬਿਜਲੀ ਦਾ ਚਾਲਕ ਬਣ ਜਾਂਦਾ ਹੈ। ਦੂਜੇ ਪਾਸੇ ਕਸ਼ੀਦਤ ਪਾਣੀ ਵਿੱਚ ਕੋਈ ਲੂਣ ਨਹੀਂ ਹੁੰਦਾ ਅਤੇ ਨਾ ਹੀ ਕੋਈ ਆਇਨ ਹੁੰਦੇ ਹਨ, ਇਸ ਲਈ ਕਸ਼ੀਦਤ ਪਾਣੀ ਬਿਜਲੀ ਦਾ ਚਾਲਕ ਨਹੀਂ ਹੁੰਦਾ। ਪਾਣੀ ਦੀ ਅਣਹੋਂਦ ਵਿੱਚ ਤੇਜ਼ਾਬਾਂ ਦਾ ਵਿਵਹਾਰ ਤੇਜ਼ਾਬੀ ਕਿਉਂ ਨਹੀਂ ਹੁੰਦਾ? ਪਾਣੀ ਤੇਜ਼ਾਬ ਦਾ ਆਇਨੀਕਰਨ ਕਰਦਾ ਹੈ। ਇਸ ਨਾਲ ਪੈਦਾ ਹੋਏ ਹਾਈਡਰੋਜਨ ਆਇਨ ਪਾਣੀ ਦੇ ਅਣੂ ਨਾਲ ਮਿਲ ਕੇ ਹਾਈਡਰੋਨੀਅਮ ਆਇਨ ਬਣਾ ਲੈਂਦੇ ਹਨ। ਪਾਣੀ ਦੀ ਗੈਰ ਮੌਜੂਦਗੀ ਵਿੱਚ ਤੇਜ਼ਾਬ ਤੋਂ ਆਇਨ ਨਹੀਂ ਪੈਦਾ ਹੁੰਦੇ, ਇਸ ਲਈ ਪਾਣੀ ਦੀ ਅਣਹੋਂਦ ਵਿੱਚ ਤੇਜ਼ਾਬਾਂ ਦਾ ਵਿਵਹਾਰ ਤੇਜ਼ਾਬੀ ਨਹੀਂ ਹੁੰਦਾ। ਪੰਜ ਘੋਲ A, B, C, D ਅਤੇ E ਦੀ ਜਦੋਂ ਵਿਸ਼ਵ ਵਿਆਪੀ ਸੂਚਕ ਨਾਲ ਪਰਖ ਕੀਤੀ ਗਈ ਤਾਂ ਲੜੀਵਾਰ ਉਨ੍ਹਾਂ ਦੇ pH ਮਾਨ 4, 1, 11, 7 ਅਤੇ 9 ਪ੍ਰਾਪਤ ਹੁੰਦੇ ਹਨ। ਉਨ੍ਹਾਂ ਵਿੱਚੋਂ ਕਿਹੜਾ ਘੋਲ A ਪਾਰਟ ਉਦਾਸੀਨ ਹੈ? ਉੱਤਰ ਘੋਲ D ਦਾ pH ਮਾਨ 7 ਹੈ, ਇਸ ਲਈ ਇਹ ਉਦਾਸੀਨ ਹੈ। ਸ਼ਕਤੀਸ਼ਾਲੀ ਖਾਰੀ ਹੈ। ਘੋਲ C ਦਾ pH ਮਾਨ 11 ਹੈ, ਇਸ ਲਈ ਇਹ ਸ਼ਕਤੀਸ਼ਾਲੀ ਖਾਰੀ ਹੈ। ਸ਼ਕਤੀਸ਼ਾਲੀ ਤੇਜ਼ਾਬੀ ਹੈ। ਘੋਲ B ਦਾ pH ਮਾਨ 1 ਹੈ, ਇਸ ਲਈ ਇਹ ਸ਼ਕਤੀਸ਼ਾਲੀ ਤੇਜ਼ਾਬੀ ਹੈ।
ਡੀ ਪਾਰਟ ਕਮਜ਼ੋਰ ਤੇਜ਼ਾਬੀ ਹੈ। ਘੋਲ A ਦਾ pH ਮਾਨ 4 ਹੈ, ਇਸ ਲਈ ਇਹ ਕਮਜ਼ੋਰ ਤੇਜ਼ਾਬੀ ਹੈ। ਈ ਪਾਰਟ ਕਮਜ਼ੋਰ ਖਾਰੀ ਹੈ। ਘੋਲ E ਦਾ pH ਮਾਨ 9 ਹੈ, ਇਸ ਲਈ ਇਹ ਕਮਜ਼ੋਰ ਖਾਰੀ ਹੈ। pH ਮਾਨਾਂ ਨੂੰ ਹਾਈਡਰੋਜਨ ਆਇਨਾਂ ਦੀ ਸੰਘਣਤਾ ਦੇ ਵੱਧਦੇ ਕ੍ਰਮ ਵਿੱਚ ਲਿਖੋ। C less than E, E less than D, D less than A less than B। ਪਰਖ ਨਲੀ A ਅਤੇ B ਵਿੱਚ ਸਮਾਨ ਲੰਬਾਈ ਦੀਆਂ ਮੈਗਨੀਸ਼ੀਅਮ ਦੀਆਂ ਪੱਟੀਆਂ ਲਈਆਂ ਗਈਆਂ ਹਨ। ਪਰਖ ਨਲੀ A ਵਿੱਚ ਹਾਈਡਰੋਕਲੋਰਿਕ ਤੇਜ਼ਾਬ HCl ਪਾਇਆ ਜਾਂਦਾ ਹੈ ਅਤੇ ਪਰਖ ਨਲੀ B ਵਿੱਚ ਐਸਿਡਿਕ ਤੇਜ਼ਾਬ CH3COOH। ਦੋਵੇਂ ਤੇਜ਼ਾਬਾਂ ਦੀ ਸੰਘਣਤਾ ਅਤੇ ਮਾਤਰਾ ਸਮਾਨ ਹੈ। ਕਿਸ ਪਰਖ ਨਲੀ ਵਿੱਚ ਵਧੇਰੇ ਤੇਜ਼ੀ ਨਾਲ CC ਦੀ ਆਵਾਜ਼ ਆਉਂਦੀ ਹੈ ਅਤੇ ਕਿਉਂ? ਪਰਖ ਨਲੀ A ਵਿੱਚ ਤੇਜ਼ਾਬੀ ਨਾਲ CC ਦੀ ਆਵਾਜ਼ ਆਵੇਗੀ। ਅਜਿਹਾ ਇਸ ਲਈ ਕਿਉਂਕਿ ਹਾਈਡਰੋਕਲੋਰਿਕ ਤੇਜ਼ਾਬ ਐਸਿਡਿਕ ਤੇਜ਼ਾਬ ਨਾਲੋਂ ਵੱਧ ਸ਼ਕਤੀਸ਼ਾਲੀ ਹੈ। ਇਹ ਮੈਗਨੀਸ਼ੀਅਮ ਪੱਟੀ ਨਾਲ ਤੇਜ਼ੀ ਨਾਲ ਕਿਰਿਆ ਕਰੇਗਾ ਅਤੇ ਵੱਧ ਹਾਈਡਰੋਜਨ ਗੈਸ ਪੈਦਾ ਕਰੇਗਾ। ਤਾਜ਼ੇ ਦੁੱਧ ਦੀ pH ਦਾ ਮਜਨ 6 ਹੁੰਦਾ ਹੈ। ਦਹੀਂ ਬਣ ਜਾਣ ਉਪਰੰਤ ਇਸ ਦੇ pH ਮਾਨ ਵਿੱਚ ਕੀ ਪਰਿਵਰਤਨ ਆਵੇਗਾ? ਵਿਆਖਿਆ ਸਹਿਤ ਉੱਤਰ ਦਿਓ। ਦਹੀਂ ਬਣ ਜਾਣ ਉਪਰੰਤ ਦੁੱਧ ਦਾ pH ਮਾਨ ਘੱਟ ਹੋ ਜਾਵੇਗਾ ਕਿਉਂਕਿ ਦਹੀਂ ਦੁੱਧ ਨਾਲੋਂ ਵੱਧ ਤੇਜ਼ਾਬੀਪਨ ਵਾਲਾ ਹੁੰਦਾ ਹੈ। ਇਹ ਦੁੱਧ ਤੋਂ ਵੱਧ ਖੱਟਾ ਵੀ ਹੁੰਦਾ ਹੈ। ਦਹੀਂ ਵਿੱਚ ਲੈਕਟਿਕ ਤੇਜ਼ਾਬ ਹੁੰਦਾ ਹੈ। ਇੱਕ ਦੋਧੀ ਦੁੱਧ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਮਿਲਾ ਦਿੰਦਾ ਹੈ। A ਪਾਰਟ ਉਹ ਤਾਜ਼ੇ ਦੁੱਧ ਦੀ pH ਦਾ ਮਾਨ 6 ਤੋਂ ਬਦਲ ਕੇ ਥੋੜਾ ਜਿਹਾ ਖਾਰੀ ਕਿਉਂ ਕਰਦਾ ਹੈ? ਅਜਿਹਾ ਉਹ ਦੁੱਧ ਨੂੰ ਖੱਟਾ ਹੋਣ ਤੋਂ ਬਚਾਉਣ ਲਈ ਕਰਦਾ ਹੈ। ਘੱਟ pH ਮਾਨ ਤੇ ਦੁੱਧ ਜਲਦੀ ਖੱਟਾ ਹੋ ਜਾਂਦਾ ਹੈ। pH ਵਧਾ ਕੇ ਦੁੱਧ ਨੂੰ ਖਾਰਾ ਕਰਨ ਨਾਲ ਉਹ ਦੇਰ ਤੱਕ ਖਰਾਬ ਹੋਣ ਤੋਂ ਬਚਿਆ ਰਹਿੰਦਾ ਹੈ। ਇਸ ਦੁੱਧ ਨੂੰ ਦਹੀਂ ਬਣਨ ਵਿੱਚ ਵਧੇਰੇ ਸਮਾਂ ਕਿਉਂ ਲੱਗਦਾ ਹੈ? ਦੁੱਧ ਵਿੱਚ ਬੇਕਿੰਗ ਸੋਡੇ ਦੀ ਮੌਜੂਦਗੀ ਲੈਕਟਿਕ ਤੇਜ਼ਾਬ ਬਣਨ ਦੀ ਦਰ ਘਟਾਉਂਦੀ ਹੈ। ਇਸ ਕਰਕੇ ਦੁੱਧ ਤੋਂ ਦਹੀਂ ਬਣਨ ਲਈ ਵੱਧ ਸਮਾਂ ਲੱਗਦਾ ਹੈ। ਪਲਾਸਟਰ ਆਫ ਪੈਰਿਸ ਨੂੰ ਨਮੀ ਰੋਧਕ ਬਰਤਨ ਵਿੱਚ ਰੱਖਣਾ ਚਾਹੀਦਾ ਹੈ। ਵਰਣਨ ਕਰੋ ਕਿਉਂ? ਪਲਾਸਟਰ ਆਫ ਪੈਰਿਸ ਨਮੀ ਜਾਂ ਪਾਣੀ ਨਾਲ ਕਿਰਿਆ ਕਰਕੇ ਸਖਤ ਜਿਪਸਮ ਵਿੱਚ ਬਦਲ ਜਾਂਦਾ ਹੈ। ਇਸ ਲਈ ਪਲਾਸਟਰ ਆਫ ਪੈਰਿਸ ਨੂੰ ਨਮੀ ਰੋਧਕ ਬਰਤਨ ਵਿੱਚ ਰੱਖਣਾ ਚਾਹੀਦਾ ਹੈ। ਕਿਰਿਆ ਇਸ ਪ੍ਰਕਾਰ ਹੈ। 2CaSO4 half H2O plus H2O gives CaSO4 2H2O। ਪਲਾਸਟਰ ਆਫ ਪੈਰਿਸ plus ਪਾਣੀ gives gypsum। ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ? ਇਸ ਦੀਆਂ ਦੋ ਉਦਾਹਰਨਾਂ ਦਿਓ। ਤੇਜ਼ਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ। ਇਹ ਕਿਰਿਆ ਉਦਾਸੀਨੀਕਰਨ ਕਿਰਿਆ ਕਹਾਉਂਦੀ ਹੈ। ਉਦਾਹਰਨ ਲਈ ਸੋਡੀਅਮ ਹਾਈਡਰੋਕਸਾਈਡ ਅਤੇ ਹਾਈਡਰੋਕਲੋਰਿਕ ਤੇਜ਼ਾਬ ਦੀ ਆਪਸੀ ਕਿਰਿਆ ਸੋਡੀਅਮ ਕਲੋਰਾਈਡ ਅਤੇ ਪਾਣੀ ਬਣਾਉਂਦੀ ਹੈ। NaOH plus HCl gives NaCl plus H2O। ਖਾਰ plus ਤੇਜ਼ਾਬ gives ਲੂਣ plus ਪਾਣੀ। ਕੱਪੜੇ ਧੋਣ ਵਾਲੇ ਸੋਡੇ ਅਤੇ ਬੇਕਿੰਗ ਸੋਡੇ ਦੇ ਦੋ ਮਹੱਤਵਪੂਰਨ ਉਪਯੋਗ ਦਿਓ। ਕੱਪੜੇ ਧੋਣ ਵਾਲੇ ਸੋਡੇ ਦੇ ਉਪਯੋਗ। ਨੰਬਰ 1, ਇਹ ਪਾਣੀ ਦੀ ਕਠੋਰਤਾ ਦੂਰ ਕਰਨ ਲਈ ਵਰਤਿਆ ਜਾਂਦਾ ਹੈ। ਨੰਬਰ 2, ਇਹ
ਕੱਚ ਬਣਾਉਣ ਲਈ ਵਰਤਿਆ ਜਾਂਦਾ ਹੈ। ਨੰਬਰ 3 ਇਹ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ। ਬੇਕਿੰਗ ਸੋਡੇ ਦੇ ਉਪਯੋਗ। ਨੰਬਰ 1 ਇਹ ਅੱਗ ਬੁਝਾਉਣ ਵਾਲੇ ਯੰਤਰ ਵਿੱਚ ਵਰਤਿਆ ਜਾਂਦਾ ਹੈ। ਨੰਬਰ 2 ਇਹ ਪ੍ਰਤੀ ਅਮਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਨੰਬਰ 3 ਇਸ ਦੀ ਵਰਤੋਂ ਬੇਕਰੀ ਉਦਯੋਗ ਵਿੱਚ ਕੀਤੀ ਜਾਂਦੀ ਹੈ। ਤੇਜ਼ਾਬ ਅਤੇ ਖਾਰ 'ਚ ਅੰਤਰ ਦੱਸੋ। ਤੇਜ਼ਾਬ। ਨੰਬਰ 1 ਇਹਨਾਂ ਦਾ ਸਵਾਦ ਖੱਟਾ ਹੁੰਦਾ ਹੈ। ਖਾਰ ਇਹਨਾਂ ਦਾ ਸਵਾਦ ਕੌੜਾ ਹੁੰਦਾ ਹੈ। ਨੰਬਰ 2 ਇਹ ਨੀਲੇ ਲਿਟਮਸ ਘੋਲ ਨੂੰ ਲਾਲ ਕਰਦੇ ਹਨ। ਇਹ ਲਾਲ ਲਿਟਮਸ ਘੋਲ ਨੂੰ ਨੀਲਾ ਕਰਦੇ ਹਨ। ਇਹ ਜਲੀ ਘੋਲ ਵਿੱਚ ਹਾਈਡਰੋਜਨ ਆਇਨ ਛੱਡਦੇ ਹਨ। ਇਹ ਜਲੀ ਘੋਲ ਵਿੱਚ ਹਾਈਡਰੋਕਸਿਲ ਆਇਨ ਛੱਡਦੇ ਹਨ। ਇਹ ਇਲੈਕਟ੍ਰੋਨਾਂ ਦਾ ਜੋੜਾ ਪ੍ਰਾਪਤ ਕਰ ਸਕਦੇ ਹਨ। ਇਹ ਇਲੈਕਟ੍ਰੋਨਾਂ ਦਾ ਜੋੜਾ ਦਾਨ ਕਰ ਸਕਦੇ ਹਨ। ਨੰਬਰ 5 ਇਹ ਹਾਈਡਰੋਜਨ ਆਇਨ ਦੇ ਸਕਦੇ ਹਨ। ਇਹ ਹਾਈਡਰੋਜਨ ਆਇਨ ਲੈ ਸਕਦੇ ਹਨ। ਨੰਬਰ 6 ਇਹਨਾਂ ਦਾ pH ਮਾਨ 7 ਤੋਂ ਘੱਟ ਹੁੰਦਾ ਹੈ। ਖਾਰ ਇਹਨਾਂ ਦਾ pH ਮਾਨ 7 ਤੋਂ ਵੱਧ ਹੁੰਦਾ ਹੈ। ਕ੍ਰਿਸਟਲੀ ਜਲ ਕੀ ਹੁੰਦਾ ਹੈ? ਲੂਣ ਦੇ ਇਕਾਈ ਸੂਤਰ ਵਿੱਚ ਪਾਣੀ ਦੇ ਨਿਸ਼ਚਿਤ ਅਣੂਆਂ ਦੀ ਸੰਖਿਆ ਨੂੰ ਕ੍ਰਿਸਟਲੀ ਜਲ ਕਿਹਾ ਜਾਂਦਾ ਹੈ। ਉਦਾਸੀਨ ਘੋਲ ਦਾ pH ਮਾਨ ਕਿੰਨਾ ਹੁੰਦਾ ਹੈ? 7। pH ਮਾਨ ਅਤੇ pH ਸਕੇਲ ਕੀ ਹੈ? ਕਿਸੇ ਤੇਜ਼ਾਬ ਜਾਂ ਖਾਰ ਦਾ pH ਮਾਨ ਉਸ ਵਿੱਚ ਮੌਜੂਦ ਹਾਈਡਰੋਜਨ ਆਇਨ ਦੀ ਸੰਘਣਤਾ ਦਾ ਮਾਪ ਹੁੰਦਾ ਹੈ। pH ਸਕੇਲ ਸਾਨੂੰ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦੀ ਸੰਘਣਤਾ ਦੱਸਦੀ ਹੈ। ਇਸ ਅਨੁਸਾਰ ਇੱਕ ਉਦਾਸੀਨ ਘੋਲ ਦਾ pH ਮਾਨ 7 ਹੁੰਦਾ ਹੈ। ਕਿਸੇ ਤੇਜ਼ਾਬੀ ਘੋਲ ਦਾ pH ਮਾਨ 7 ਤੋਂ ਘੱਟ ਹੁੰਦਾ ਹੈ ਅਤੇ ਕਿਸੇ ਖਾਰੇ ਘੋਲ ਦਾ pH ਮਾਨ 7 ਤੋਂ ਵੱਧ ਹੁੰਦਾ ਹੈ। ਸਾਡੇ ਸਰੀਰ ਦੀ pH ਰੇਂਜ ਕਿੰਨੀ ਹੈ? ਸਾਡੇ ਸਰੀਰ ਦੀ pH ਰੇਂਜ 7 ਤੋਂ 7.8 ਤੱਕ ਹੁੰਦੀ ਹੈ। ਤੇਜ਼ਾਬੀ ਵਰਖਾ ਦਾ pH ਮਾਨ ਕਿੰਨਾ ਹੁੰਦਾ ਹੈ? 5.6 ਤੋਂ ਘੱਟ। 5.6 ਤੋਂ ਘੱਟ। pH ਪਰਿਵਰਤਨ ਸਾਡੇ ਦੰਦਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਮੂੰਹ ਵਿੱਚ pH ਮਾਨ 5.5 ਤੋਂ ਘੱਟ ਹੋਣ ਤੇ ਸਾਡੇ ਦੰਦ ਖੁਰਨੇ ਆਰੰਭ ਹੋ ਜਾਂਦੇ ਹਨ। ਮੂੰਹ ਵਿੱਚ ਮੌਜੂਦ ਜੀਵਾਣੂ ਭੋਜਨ ਦਾ ਅਪਘਟਨ ਕਰਕੇ ਤੇਜ਼ਾਬ ਪੈਦਾ ਕਰਦੇ ਹਨ। ਇਸ ਨਾਲ ਦੰਦ ਖਰਾਬ ਹੋ ਜਾਂਦੇ ਹਨ। ਇਸੇ ਲਈ ਖਾਣਾ ਖਾਣ ਤੋਂ ਬਾਅਦ ਸਾਨੂੰ ਦੰਦਾਂ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ। ਸੋਡੀਅਮ ਹਾਈਡਰੋਕਸਾਈਡ ਕਿਵੇਂ ਤਿਆਰ ਕੀਤਾ ਜਾਂਦਾ ਹੈ? ਸੋਡੀਅਮ ਕਲੋਰਾਈਡ ਦੇ ਬਿਜਲ ਅਪਘਟਨ ਤੋਂ ਸੋਡੀਅਮ ਹਾਈਡਰੋਕਸਾਈਡ ਤਿਆਰ ਕੀਤਾ ਜਾਂਦਾ ਹੈ। ਕ੍ਰਿਆ 2NaCl plus 2H2O gives 2NaOH plus Cl2 plus H2। ਸੋਡੀਅਮ ਕਲੋਰਾਈਡ ਜਮਾ ਪਾਣੀ gives sodium hydroxide plus chlorine plus ਹਾਈਡਰੋਜਨ।
ਰੰਗ ਕਾਰਡ ਦੀ ਤਿਆਰੀ ਤੇ ਉਪਯੋਗ ਲਿਖੋ। ਰੰਗ ਕਾਰਡ ਖੁਸ਼ਕ ਬੁਝੇ ਹੋਏ ਚੂਨੇ ਤੇ ਕਲੋਰੀਨ ਗੈਸ ਦੀ ਕਿਰਿਆ ਤੋਂ ਮਿਲਦਾ ਹੈ। ਕਿਰਿਆ CaOH twice plus Cl2 gives CaOCl2 ਰੰਗ ਕਾਰਡ plus H2O। ਰੰਗ ਕਾਰਡ ਦੇ ਉਪਯੋਗ। ਨੰਬਰ 1, ਇਹ ਕਾਗਜ਼ ਉਦਯੋਗ ਵਿੱਚ ਵਰਤਿਆ ਜਾਂਦਾ ਹੈ। ਨੰਬਰ 2, ਇਹ ਪੀਣ ਵਾਲੇ ਪਾਣੀ ਨੂੰ ਰੋਗਾਣੂ ਰਹਿਤ ਕਰਦਾ ਹੈ। ਨੰਬਰ 3, ਇਹ ਕੱਪੜਿਆਂ ਦਾ ਰੰਗ ਉਡਾਉਣ ਲਈ ਵਰਤਿਆ ਜਾਂਦਾ ਹੈ। ਪਲਾਸਟਰ ਆਫ ਪੈਰਿਸ ਦੇ ਉਪਯੋਗ ਲਿਖੋ। ਨੰਬਰ 1, ਇਸ ਨਾਲ ਖਿਡੌਣੇ ਬਣਾਏ ਜਾਂਦੇ ਹਨ। ਨੰਬਰ 2, ਇਸ ਨਾਲ ਸਰਜੀਕਲ ਪੱਟੀਆਂ ਕੀਤੀਆਂ ਜਾਂਦੀਆਂ ਹਨ। ਨੰਬਰ 3, ਇਸ ਨਾਲ ਬੁੱਤ ਤੇ ਸਜਾਵਟੀ ਸਮਾਨ ਬਣਾਏ ਜਾਂਦੇ ਹਨ। ਸੂਚਕ ਕੀ ਹੁੰਦਾ ਹੈ? ਤੇਜ਼ਾਬ ਜਾਂ ਖਾਰ ਸੂਚਕ ਇੱਕ ਮਿਸ਼ਰਣ ਹੁੰਦਾ ਹੈ ਜੋ ਤੇਜ਼ਾਬ ਜਾਂ ਖਾਰ ਦੇ ਹੋਣ ਦੀ ਸੂਚਨਾ ਦਿੰਦਾ ਹੈ। ਉਦਾਹਰਨ ਲਈ ਲਿਟਮਸ ਘੋਲ। ਇਹ ਤੇਜ਼ਾਬਾਂ ਨਾਲ ਕਿਰਿਆ ਕਰਕੇ ਲਾਲ ਰੰਗ ਦਿੰਦਾ ਹੈ, ਜਦਕਿ ਖਾਰਾਂ ਨਾਲ ਕਿਰਿਆ ਕਰਕੇ ਨੀਲਾ ਰੰਗ ਦਿੰਦਾ ਹੈ। ਸਾਧਾਰਨ ਲੂਣ ਜਾਂ ਸੋਡੀਅਮ ਕਲੋਰਾਈਡ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈ? ਸਾਧਾਰਨ ਲੂਣ ਵਾਸ਼ਪੀਕਰਨ ਵਿਧੀ ਨਾਲ ਸਮੁੰਦਰ ਦੇ ਪਾਣੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਸਾਧਾਰਨ ਲੂਣ ਤੋਂ ਕਿਹੜੇ-ਕਿਹੜੇ ਰਸਾਇਣ ਤਿਆਰ ਕੀਤੇ ਜਾਂਦੇ ਹਨ? ਮਿੱਠਾ ਸੋਡਾ, ਕੱਪੜੇ ਧੋਣ ਵਾਲਾ ਸੋਡਾ, ਰੰਗ ਕਾਰਡ, ਸੋਡੀਅਮ ਹਾਈਡਰੋਕਸਾਈਡ ਆਦਿ। ਸਾਡੇ ਮਿਹਦੇ ਵਿੱਚ ਕਿਹੜਾ ਤੇਜ਼ਾਬ ਪੈਦਾ ਹੁੰਦਾ ਹੈ? ਹਾਈਡਰੋਕਲੋਰਿਕ ਤੇਜ਼ਾਬ। ਸ਼ਹਿਦ ਦੀ ਮੱਖੀ ਦੇ ਡੰਗ ਮਾਰਨ ਤੇ ਜਲਨ ਕਿਉਂ ਹੁੰਦੀ ਹੈ? ਸ਼ਹਿਦ ਦੀ ਮੱਖੀ ਡੰਗ ਨਾਲ ਸਾਡੇ ਸਰੀਰ ਅੰਦਰ ਤੇਜ਼ਾਬ ਛੱਡ ਦਿੰਦੀ ਹੈ, ਜਿਸ ਨਾਲ ਜਲਨ ਹੁੰਦੀ ਹੈ। ਇਸ ਜਲਨ ਨੂੰ ਖਾਰ ਲਗਾ ਕੇ ਰੋਕਿਆ ਜਾ ਸਕਦਾ ਹੈ। ਤੇਜ਼ਾਬ ਧਾਤ ਕਾਰਬੋਨੇਟਾਂ ਤੇ ਧਾਤ ਹਾਈਡਰੋਜਨ ਕਾਰਬੋਨੇਟਾਂ ਨਾਲ ਕਿਵੇਂ ਕਿਰਿਆ ਕਰਦੇ ਹਨ? ਤੇਜ਼ਾਬ ਧਾਤ ਕਾਰਬੋਨੇਟਾਂ ਤੇ ਧਾਤ ਹਾਈਡਰੋਜਨ ਕਾਰਬੋਨੇਟਾਂ ਨਾਲ ਕਿਰਿਆ ਕਰਕੇ ਸੰਬੰਧਿਤ ਲੂਣ, ਪਾਣੀ ਤੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰਦੇ ਹਨ। ਉਦਾਹਰਣ CaCO3 plus HCl gives CaCl2 plus H2O plus CO2। ਕੈਲਸ਼ੀਅਮ ਕਾਰਬੋਨੇਟ plus ਹਾਈਡਰੋਕਲੋਰਿਕ ਅਮਲ gives calcium chloride plus ਪਾਣੀ plus ਕਾਰਬਨ ਡਾਈਆਕਸਾਈਡ ਗੈਸ।